खेत जप्यो जन अर्जन देव गुरु जप्यो जन अर्जन देव गुरु जप्यो जिन अर्जुन 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 देव गुरु जप्यो जन अर्जन देव गुरु जप्यो जन अर्जन देव गुरु जप्यो जिन अर्जुन 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 देव गुरु संकट जोन गर्भ न आया जप्यो जन अर्जन देव गुरु जप्यो जन अर्जन देव गुरु फिर संकट जोन गर्भ न आयो जप्यो जिन अर्जुन देव गुरु जप्यो जिन अर्जुन देव गुरु फिर संकट जोन गर्भ न आयो जप्यो जिन अर्जुन देव गुरु जप्यो जिन अर्जुन देव गुरु फिर संकट जोन गर्भ न आया जप्यो जन अर्जन देव गुरु जप्यो जन अर्जन देव गुरु फिर संकट जोन गर्भ न आयो जप्यो जिन अर्जुन देव गुरु जप्यो जिन अर्जुन देव गुरु फिर संकट जोन गर्भ न आयो जप्यो जिन अर्जुन देव गुरु जप्यो जिन अर्जुन देव गुरु मोह मरने का जाओ है मरोदा हर के द्वार हथियार पूछे कौन है परा मारे बार परम सत्कारयोग गुरां की साजी ते निवाजी हुई साध संगत जी ਅੰਮ੍ਰਿਤ ਵੇਲੇ ਸਭਾਂ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਅੰਦਰ ਜੁੜ ਕਰਕੇ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਨ ਵਾਸਤੇ ਸਾਹਿਬ ਜੀ ਫਰਮਾਨ ਕਰਦੇ ਹਨ रही वास्ते घत समय निक न मनी फड़ फड़ रही धरी समय खिसकाही कमी ये ठहर मूल न जानदा लंघ गया न मुड़ के आमद इस करके महाराज जी कहन लगे समा ਜਿਹੜਾ ਸਾਡੇ ਹੱਥ ਵਿੱਚ ਹੈ ਉਹਨੂੰ ਅਸੀਂ ਸਫਲਾ ਕਰ ਸਕਦੇ ਹਾਂ। परमात्मा की बाणी पढ़ के सेवा सिमरन करके ਅੰਮ੍ਰਿਤ ਵੇਲੇ ਦਾ ਕੀਤਾ ਹੋਇਆ ਸਫਲ ਸਮਾਂ ਸਾਰਾ ਦਿਨ ਫਿਰ ਬੜਾ ਆਨੰਦਦਾਇਕ ਮਰਜੀ ਕਹਿੰਦੇ ਸਾਰਾ ਦਿਨ ਉਹ ਬੜੇ ਪਿਆਰ ਦੇ ਵਿੱਚ ਆ ਕੇ ਨਿਕਲਦਾ ਹੈ। ਕਰਕੇ ਆਓ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦੇ ਦਿਨ ਚੱਲ ਰਹੇ ਹਨ। ਅੱਜ 12 ਤਰੀਕ ਹੋ ਗਈ, 13 ਤੇ 14 ਇਹ 3 ਦਿਨ ਲਗਾਤਾਰ ਗੁਰੂ ਅਰਜਨ ਦੇਵ ਮਹਾਰਾਜ ਦੇ ਉੱਤੇ ਬੜੇ ਦੁੱਖੜੇ। ਅੱਜ ਵਾਲੇ ਦਿਨ ਬਹੁਤ ਦੁੱਖ ਸੀ ਮਹਾਰਾਜ ਦੇ ਉੱਤੇ। ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਦੇ ਉਸ ਸ਼ਗਨ ਨੂੰ ਮੁੱਖ ਰੱਖਦੇ ਹਾਂ। ਦੀਵਾਨ ਚੰਦੂ ਨੇ ਆਪਣੇ ਸਿਪਾਹੀ ਭੇਜੇ, ਅਹਿਲਕਾਰ ਭੇਜੇ, ਜੋ ਵੀ ਵਿਆਹ ਸ਼ਾਦੀ ਦਾ ਦਿਨ ਜਾਂ ਲੜਕਾ ਲੜਕੀ ਵੇਖ ਕੇ ਜਾਂਦੇ ਹੁੰਦੇ ਪੁਰਾਣੇ ਸਮਿਆਂ ਦੇ ਵਿੱਚ, ਉਹਨਾਂ ਨੇ ਆ ਕੇ ਸਾਰੇ ਕਿਤੇ ਘੁੰਮ ਘੁਮਾ ਕੇ ਵੇਖਿਆ। ਜੇ ਕਿਤੇ ਲੜਕਾ ਵਧੀਆ ਮਿਲਦਾ, ਘਰ-ਬਾਰ ਨਹੀਂ ਵਧੀਆ ਮਿਲਦਾ। ਜੇ ਘਰ-ਬਾਰ ਵਧੀਆ ਮਿਲ ਜਾਂਦਾ ਤਾਂ ਲੜਕਾ ਨਹੀਂ ਵਧੀਆ ਮਿਲਦਾ। ਇਸ ਤਰ੍ਹਾਂ ਕਈ ਦਿਨਾਂ ਤੋਂ ਬਾਅਦ ਥੱਕ ਹੰਮ ਕੇ
ਅੰਮ੍ਰਿਤਸਰ ਦੀ ਪਵਿੱਤਰ ਧਰਤੀ ਉੱਤੇ ਆਏ। ਉੱਥੇ ਆ ਕੇ ਦੇਖਿਆ ਗੁਰੂ ਅਰਜਨ ਦੇਵ ਮਹਾਰਾਜ ਤਖਤਾਂ ਉੱਤੇ ਬੈਠੇ ਨੇ, ਚਾਰ ਹੋ ਰਹੇ ਨੇ। ਹਜ਼ਾਰਾਂ ਦੀ ਤਾਦਾਦ ਵਿੱਚ ਆ ਕੇ ਸੰਗਤ ਮੱਥਾ ਟੇਕਦੀ ਹੈ। ਉਸ ਦਰਬਾਰ ਵਿੱਚ ਆ ਕੇ ਅੱਗੇ ਜਾ ਕੇ ਵੇਖਿਆ ਇੱਕ ਪਾਸੇ ਕੀਰਤਨ ਹੋ ਰਿਹਾ ਹੈ, ਜੋੜੀ ਵੱਜ ਰਹੀ ਹੈ, ਇੱਕ ਪਾਸੇ ਲੰਗਰ ਚੱਲ ਰਹੇ ਨੇ, ਬਣ ਰਹੇ ਨੇ, ਇਮਾਰਤਾਂ ਬਣ ਰਹੀਆਂ ਨੇ। ਵੇਖ ਕੇ ਮਨ ਬੜਾ ਖੁਸ਼ ਹੋਇਆ ਵੀ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਦੇ ਸੁਪੁੱਤਰ ਜੋ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ, ਉਹਨਾਂ ਨੂੰ ਦੀਵਾਨ ਚੰਦੂ ਦੀ ਲੜਕੀ ਦਾ ਜਿਹੜਾ ਰਿਸ਼ਤਾ ਹੈ ਆਪਾਂ ਉਹ ਕਰ ਚੱਲੀਏ। ਚਲੋ ਸੰਗਤ ਇਕੱਤਰ ਸੀ, ਦਰਬਾਰ ਵਿੱਚ ਜਾ ਕੇ ਅਰਜ਼ ਕਰੀ, ਮਹਾਰਾਜ ਦੀਵਾਨ ਚੰਦੂ ਦੀ ਲੜਕੀ ਦਾ ਰਿਸ਼ਤਾ ਲੈ ਕੇ ਆਏ ਹਾਂ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤਾਂ ਪਤਾ ਸੀ ਆਉਣ ਵਾਲੇ ਭਵਿੱਖਿਅਤ ਬਚਨ ਸੀ ਜਿਹੜੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਮੇਰੀ ਸੰਗਤ ਨੂੰ ਪੁੱਛ ਲਓ ਕੀ ਹੁਕਮ ਹੈ। ਸੰਗਤ ਨੇ ਕਹਿ ਦਿੱਤਾ, ਜੇ ਵਧੀਆ ਰਿਸ਼ਤਾ ਹੈ ਤਾਂ ਗੁਰੂ ਹਰਗੋਬਿੰਦ ਮਹਾਰਾਜ ਜੀ ਹੁਣ ਜਵਾਨ ਨੇ, ਸੱਚੇ ਪਾਤਸ਼ਾਹ ਰਿਸ਼ਤਾ ਕਰ ਦਿਓ, ਲੈ ਲਓ ਰਿਸ਼ਤਾ। ਸੰਗਤ ਦੇ ਕਹਿਣ 'ਤੇ ਮਹਾਰਾਜ ਜੀ ਨੇ ਜਕਾਰਾ ਛੱਡ ਦਿੱਤਾ ਵੀ ਮੇਰੀ ਸੰਗਤ ਦਾ ਹੁਕਮ ਹੈ। ਉਹਨਾਂ ਨੇ ਰਿਸ਼ਤਾ ਕਰ ਦਿੱਤਾ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ। ਤੇ ਜਾ ਕੇ ਦੀਵਾਨ ਚੰਦੂ ਨੂੰ ਲਾਹੌਰ ਦੀ ਧਰਤੀ ਵਿੱਚ ਦੱਸਿਆ ਵੀ ਘਰਾਣਾ ਬੜਾ ਉੱਚਾ ਹੈ, ਪੁੱਤਰ ਬੜਾ ਸੁੰਦਰ ਹੈ, ਘਰ ਬੜਾ ਵੱਡਾ ਹੈ ਉਹਨਾਂ ਦਾ। ਉੱਥੇ ਤਾਂ ਲੱਖਾਂ ਦੀ ਤਾਦਾਦ ਵਿੱਚ ਰੋਜ਼ ਸੰਗਤ ਆਉਂਦੀ ਹੈ, ਲੰਗਰ ਛਕਦੀ ਹੈ। ਸੰਗਤਾਂ ਆਵਣ ਛਕ ਛਕ ਜਾਵਣ, ਫਿਰ ਖੁਸ਼ ਹੋਆ ਭੁੱਲਾ। ਤੇ ਸੱਚੇ ਪਾਤਸ਼ਾਹ ਦੇ ਉਸ ਪਿਆਰੇ ਸੁਪੁੱਤਰ ਗੁਰੂ ਹਰਗੋਬਿੰਦ ਮਹਾਰਾਜ ਨੂੰ ਤੇਰੀ ਲੜਕੀ ਦਾ ਰਿਸ਼ਤਾ ਕਰ ਆਏ। ਦੀਵਾਨ ਚੰਦੂ ਨੇ ਆਖਿਆ, ਤੁਸੀਂ ਠੀਕ ਨਹੀਂ ਕੀਤਾ। ਮੈਂ ਇੱਕ ਜਹਾਂਗੀਰ ਦਾ ਸਲਾਹਕਾਰੀ ਹੋਵਾਂ ਤੇ ਮੇਰੀ ਧੀ ਬਹੁਤ ਉੱਚ ਘਰਾਣੇ ਦੀ ਧੀ ਹੈ। ਉਹ ਗੁਰੂ ਘਰ ਨੂੰ ਜਿਹੜਾ ਬਹੁਤ ਅਪਸ਼ਬਦ ਬੋਲਣ ਵਾਲਾ ਸੀ ਦੀਵਾਨ ਚੰਦੂ, ਬੜਾ ਕੁਝ ਉਹਨੇ ਬੋਲਿਆ। ਇਹ ਮੇਰੀ ਧੀ ਜਿਹੜੀ ਹੈ ਚੁਆਰੇ ਦੀ ਇੱਟ ਹੈ, ਤੁਸੀਂ ਮੋਰੀ ਨੂੰ ਲਾਇਆ ਏ, ਇਹ ਵੀ ਅਪਸ਼ਬਦ ਆਖੇ। ਫਿਰ ਹੋਰ ਬੜੇ ਭੈੜੇ ਭੈੜੇ ਸ਼ਬਦ ਬੋਲਦਾ ਹੈ। ਉਹ ਤਾਂ ਜਿਹੜਾ ਨਾ ਉਹ ਪੂਜਾ ਦਾ ਧਾਨ ਖਾਣ ਵਾਲੇ ਨੇ, ਤੇ ਤੁਸੀਂ ਮੇਰੀ ਲੜਕੀ ਦਾ ਰਿਸ਼ਤਾ ਉੱਥੇ ਕਰ ਆਏ। ਚਲੋ ਠੀਕ ਹੈ, ਹੁਣ ਜਿਵੇਂ ਕਰ ਆਏ। ਸ਼ਬਦ ਲਾਹੌਰ ਦੀ ਸੰਗਤ ਨੇ ਸੁਣ ਲਏ ਤੇ ਉਹਨਾਂ ਨੇ ਫਿਰ ਇੱਕ ਚਿੱਠੀ ਲਿਖ ਦਿੱਤੀ, ਸੱਚੇ ਪਾਤਸ਼ਾਹ ਦੀਵਾਨ ਚੰਦੂ ਦੀ ਲੜਕੀ ਦਾ ਰਿਸ਼ਤਾ ਸਾਨੂੰ ਪ੍ਰਵਾਨ ਨਹੀਂ ਹੈ। ਇਕੱਤਰ ਹੋ ਕੇ ਬਹੁਤੀ ਸੰਗਤ ਇਕੱਤਰ ਹੋਈ ਲਾਹੌਰ ਦੀ। ਜਦੋਂ ਇਹ ਸ਼ਬਦ ਸੁਣੇ ਵੀ ਗੁਰੂ ਘਰ ਨੂੰ ਬਹੁਤ ਅਪਸ਼ਬਦ ਬੋਲਦਾ, ਤੇ ਉਸੇ ਵਕਤ ਸੰਗਤਾਂ ਨੇ ਫਿਰ ਚਿੱਠੀ ਪਾ ਦਿੱਤੀ ਅੰਮ੍ਰਿਤਸਰ ਦੀ ਧਰਤੀ ਨੂੰ, ਮਹਾਰਾਜ ਕਿਰਪਾ ਕਰ ਦਿਓ, ਇਸ ਦੀਵਾਨ ਚੰਦੂ ਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ। ਕਿਉਂ ਗੁਰੂ ਘਰ ਨੂੰ ਮੋਰੀ ਦੱਸਦਾ ਹੈ, ਆਪ ਚਬਾਰਾ ਬਣਦਾ ਹੈ। ਤੇ ਇਹ ਚਿੱਠੀ ਲਿਖ ਕੇ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚ ਗਈ। ਬਾਬਾ ਬੁੱਢਾ ਜੀ ਨੂੰ ਕਿਹਾ, ਪੜ੍ਹ ਕੇ ਸੁਣਾ ਦਿਓ। ਮਹਾਰਾਜ ਜੀ ਨੂੰ ਤਾਂ ਸਭ ਕੁਝ ਪਤਾ ਸੀ, ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਬਾਬਾ ਬੁੱਢਾ ਜੀ ਖਲੋ ਗਏ। ਖਲੋ ਕੇ ਚਿੱਠੀ ਪੜ੍ਹਨ ਲੱਗੇ। ਉਹ ਤੇ ਸਭ ਤੋਂ ਉੱਪਰਲੀ ਲਾਈਨ ਲਿਖੀ ਹੋਈ ਸੀ। ਬਾਬਾ ਜੀ ਨੇ ਪੜ੍ਹ ਕੇ ਸੁਣਾਈ ਸੰਗਤ ਨੂੰ, ਸੱਚੇ ਪਾਤਸ਼ਾਹ ਲਾਹੌਰ ਦੀ ਸੰਗਤ ਇਹ ਕੁਝ ਕਹਿ ਰਹੀ ਹੈ। ਮਹਾਰਾਜ ਜੀ ਕਹਿਣ ਲੱਗੇ, ਪੜ੍ਹ ਕੇ ਸੁਣਾ ਦਿਓ ਕੀ ਕਹਿੰਦੀ ਹੈ। ਸੱਚੇ ਪਾਤਸ਼ਾਹ, ਇਹ ਦੀਵਾਨ ਚੰਦੂ ਦੀ ਲੜਕੀ ਦਾ, ਚੰਦੂ ਦੀਵਾਨ ਦਾ ਰਿਸ਼ਤਾ ਨਹੀਂ ਲੈਣਾ ਦਾਤਿਆ। ਉਹ ਚੰਦੂ ਦੀਵਾਨ ਦਾ ਰਿਸ਼ਤਾ ਨਹੀਂ ਲੈਣਾ ਦਾਤਿਆ। 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 ਰਿਸ਼ਤਾ ਨਹੀਂ ਲੈਣਾ,
ਰਿਸ਼ਤਾ ਨਹੀਂ ਲੈਣਾ ਦਾਤਿਆ, ਰਿਸ਼ਤਾ ਨਹੀਂ ਲੈਣਾ ਦਾਤਿਆ, ਰਿਸ਼ਤਾ ਨਹੀਂ ਲੈਣਾ ਦਾਤਿਆ, ਰਿਸ਼ਤਾ ਲੈਣਾ ਦਾਤਿਆ, ਰਿਸ਼ਤਾ ਨਹੀਂ ਲੈਣਾ ਦਾਤਿਆ, ਰਿਸ਼ਤਾ ਲੈਣਾ ਦਾਤਿਆ, ਰਿਸ਼ਤਾ ਨਹੀਂ ਲੈਣਾ ਦਾਤਿਆ। ਆ ਚੰਦੂ ਦੀਵਾਨ ਦਾ ਰਿਸ਼ਤਾ ਨਹੀਂ ਲੈਣਾ, ਚੰਦੂ ਦੀਵਾਨ ਦਾ ਰਿਸ਼ਤਾ ਨਹੀਂ ਲੈਣਾ ਦਾਤਿਆ, 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 ਚੰਦੂ ਦੀਵਾਨ ਦਾ ਰਿਸ਼ਤਾ ਨਹੀਂ ਲੈਣਾ ਦਾਤਿਆ। ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਇੱਧਰ ਵੀ ਮੇਰੀ ਸੰਗਤ ਨੇ ਕਿਹਾ ਸੀ ਰਿਸ਼ਤਾ ਲੈ ਲਓ, ਮੈਂ ਹਾਂ ਕਰਤੀ। ਉੱਧਰ ਵੀ ਮੇਰੀ ਸੰਗਤ ਹੈ, ਜੋ ਉਹਨਾਂ ਨੇ ਕਹਿਤਾ ਨਹੀਂ ਲੈਣਾ ਤਾਂ ਨਹੀਂ ਲੈਣਾ। ਫਿਰ ਚਿੱਠੀ ਲੈ ਕੇ ਉਸ ਲਾਹੌਰ ਦੀ ਧਰਤੀ ਨੂੰ ਭੇਜੀ। ਗੁਰੂ ਅਰਜਨ ਦੇਵ ਮਹਾਰਾਜ ਨੇ ਦੀਵਾਨ ਚੰਦੂ ਨੂੰ ਕਹਿ ਦਿਓ ਸਾਨੂੰ ਰਿਸ਼ਤਾ ਪ੍ਰਵਾਨ ਨਹੀਂ ਹੈ। ਤੂੰ ਹੁਣੇ ਗੁਰੂ ਘਰ ਨੂੰ ਇਹ ਜਿਹੇ ਅਪਸ਼ਬਦ ਬੋਲਦਾ ਹੈ, ਜਦੋਂ ਨਾਤਾ ਜੁੜ ਗਿਆ ਤੂੰ ਫੇਰ ਪਤਾ ਨਹੀਂ ਕੀ ਕੁਝ ਕਰੇਗਾ। ਗੁਰੂ ਅਰਜਨ ਦੇਵ ਮਹਾਰਾਜ ਦੀ ਚਿੱਠੀ ਪੜ੍ਹ ਕੇ ਫਿਰ ਉਸ ਦੀਵਾਨ ਚੰਦੂ ਨੂੰ ਅੱਗ ਲੱਗ ਗਈ। ਮੇਰੀ ਲੜਕੀ ਦਾ ਰਿਸ਼ਤਾ ਜਿਹੜਾ ਉਹ ਮੋੜ ਦਿੱਤਾ। ਫਿਰ ਦੀਵਾਨ ਚੰਦੂ ਨੇ ਜਹਾਂਗੀਰ ਨੂੰ ਵੀ ਦੱਸਿਆ, ਕਹਿਣ ਲੱਗੇ ਮੇਰੀ ਲੜਕੀ ਦਾ ਰਿਸ਼ਤਾ ਮੋੜ ਦਿੱਤਾ। ਪਹਿਲਾਂ ਹਾਂ ਕਰ ਦਿੱਤੀ, ਸ਼ਗਨ ਪਾਏ ਤੇ ਮੁੜ ਕੇ ਨਾ ਕਰ ਦਿੱਤੀ। ਦੀਵਾਨ ਚੰਦੂ ਕਹਿਣ ਲੱਗਾ ਕੋਈ ਗੱਲ ਨਹੀਂ, ਬੈਠ ਕੇ ਸਮਝਾ ਲਓ। ਕਿਸੇ ਨੇ ਵਿੱਚੋਂ ਗੱਲ ਵਧਾ ਘਟਾ ਕੇ ਜਿਹੜੀ ਕਰਤੀ ਹੋਣੀ ਹੈ, ਉਹਨੇ ਨਰਮ ਸ਼ਬਦਾਂ ਦੇ ਵਿੱਚ ਆਖਿਆ। ਚਲੋ ਵਕਤੇ ਖੀਰ ਫਿਰ ਇੱਥੇ ਸੰਦੇਸ਼ਾ ਆਇਆ ਅੰਮ੍ਰਿਤਸਰ ਦੀ ਧਰਤੀ ਵਿੱਚ, ਗੁਰੂ ਜੀ ਨੂੰ ਫਿਰ ਲਾਹੌਰ ਦੀ ਧਰਤੀ 'ਤੇ ਬੁਲਾਓ। ਮੈਂ ਉਹਨਾਂ ਦੇ ਅੱਗੇ ਮਿਹਨਤਦਾਰੀ ਕਰ ਲੂँਗਾ, ਹੱਥ ਬੰਨ੍ਹ ਲੂँਗਾ ਗੁਰੂ ਜੀ ਅੱਗੇ। ਸਤਿਗੁਰੂ ਜੀ 5-4 ਸਿੱਖਾਂ ਨੂੰ ਲੈ ਕੇ ਫਿਰ ਅੰਮ੍ਰਿਤਸਰ ਦੀ ਧਰਤੀ ਤੋਂ ਅੱਜ ਲਾਹੌਰ ਨੂੰ ਰਵਾਨਾ ਹੋ ਰਹੇ ਨੇ। ਸੰਗਤ ਨੇ ਕਿਹਾ ਸੱਚੇ ਪਾਤਸ਼ਾਹ ਉਹ ਜਹਾਂਗੀਰ ਆ ਉੱਧਰ, ਜਹਾਂਗੀਰ ਦਾ ਜਿਹੜਾ ਸਲਾਹਕਾਰੀ ਹੈ ਉਹ ਹੈ ਦੀਵਾਨ ਚੰਦੂ, ਤੇ ਆਪ ਕਿਰਪਾ ਕਰੋ ਮਹਾਰਾਜ ਤੇ ਉਹਦੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰ ਲਓ। ਮਹਾਰਾਜ ਕਹਿਣ ਲੱਗੇ ਮੇਰੀ ਸੰਗਤ ਨੇ ਕਿਹਾ ਹੈ ਨਹੀਂ ਲੈਣਾ ਤਾਂ ਨਹੀਂ ਲੈਣਾ। ਮਹਾਰਾਜ ਜੀ ਲਾਹੌਰ ਦੀ ਧਰਤੀ ਵਿੱਚ ਚਲੇ ਗਏ 5 ਸਿੱਖਾਂ ਨੂੰ ਲੈ ਕੇ। ਜਦੋਂ ਦੀਵਾਨ ਚੰਦੂ ਨੂੰ ਮਿਲੇ, ਉਹਨੇ ਫਿਰ ਉਹ ਜੋ ਰਾਜਨੀਤੀ ਦੇ 4 ਅੰਗ ਨੇ ਉਹਨਾਂ ਮੁਤਾਬਕ ਕਿਹਾ ਸ਼ਾਮ ਦਾਮ ਡੰਡ ਭੇਦ। ਪਹਿਲਾਂ ਸਤਿਕਾਰ ਕੀਤਾ, ਤੁਹਾਡਾ ਪੁੱਤਰ ਮੇਰੀ ਲੜਕੀ, ਸੱਚੇ ਪਾਤਸ਼ਾਹ ਮੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰ ਲਓ, ਆਪਣੀ ਕੁੜਮਾਚਾਰੀ ਰਹਿ ਜਾਵੇਗੀ। ਜੇ ਤੁਸੀਂ ਰਿਸ਼ਤਾ ਨਾ ਲਿਆ ਫਿਰ ਦੁਨੀਆ ਦੇ ਲੋਕ ਮੈਨੂੰ ਵੀ ਕਹਿਣਗੇ, ਤੁਹਾਨੂੰ ਵੀ ਕਹਿਣਗੇ ਦੀਵਾਨ ਚੰਦੂ ਦੀ ਲੜਕੀ ਵਿੱਚ ਕੋਈ ਨੁਕਸ ਹੋਣਾ ਜਿਹੜਾ ਮਹਾਰਾਜ ਨੇ ਰਿਸ਼ਤਾ ਮੋੜ ਦਿੱਤਾ। 2-4 ਬੰਦੇ ਮੈਨੂੰ ਕਹਿਣਗੇ, 2-4 ਤੁਹਾਨੂੰ ਕਹਿਣਗੇ। ਇਸ ਤਰ੍ਹਾਂ ਇੱਕ ਪਾਸੇ ਪਰਮਾਤਮਾ, ਇੱਕ ਪਾਸੇ ਨਿਰੰਕਾਰ, ਇੱਕ ਪਾਸੇ ਜਗ ਸੰਸਾਰ ਦਾ ਬੰਦਾ। ਗੁਰੂ ਜੀ ਕਹਿਣ ਲੱਗੇ ਨਹੀਂ, ਮੇਰੀ ਸੰਗਤ ਨੇ ਕਹਿ ਦਿੱਤਾ, ਤੂੰ ਗੁਰੂ ਘਰ ਨੂੰ ਬਹੁਤ ਕੁਛ ਆਖਿਆ ਹੈ, ਇਸ ਕਰਕੇ ਇਹ ਤੇਰੀ ਲੜਕੀ ਦਾ ਰਿਸ਼ਤਾ ਸਾਨੂੰ ਪ੍ਰਵਾਨ ਨਹੀਂ ਹੈ। ਫਿਰ ਉਹਨੇ ਕਿਹਾ ਸ਼ਾਮ ਦਾਮ ਡੰਡ ਭੇਦ। ਫਿਰ ਪਹਿਲਾਂ ਕੁਝ ਪਿਆਰ ਨਾਲ, ਫਿਰ ਕੁਝ ਸਖਤੀ ਵਰਤੀ, ਫਿਰ ਕੁਝ ਲਾਲਚ ਵੀ ਦਿੱਤਾ। ਤੁਸੀਂ ਸੱਚੇ ਪਾਤਸ਼ਾਹ ਮੇਰੀ ਲੜਕੀ ਦਾ ਰਿਸ਼ਤਾ ਲੈ ਲਓ, ਜਿਹੜਾ ਦਾਜ ਕਹੋ, ਜਿਹੜਾ ਕੁਝ ਕਹੋ ਮੈਂ ਉਹੀ ਕੁਝ ਦੇ ਦੂੰਗਾ, ਪਰ ਹੁਣ ਗੱਲ ਆਪਣੇ ਵਿੱਚ ਹੈ, ਹੁਣ ਗੱਲ ਤੁਹਾਡੇ ਤੇ ਮੇਰੇ ਵਿੱਚ ਹੈ, ਤੇ ਕੱਲ ਨੂੰ ਇਹ ਗੱਲ ਜਦੋਂ ਬਾਹਰ ਫੈਲ ਗਈ ਫਿਰ ਔਖਾ ਹੋ ਜਾਊਗਾ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਦੀਵਾਨ ਚੰਦੂ ਤੂੰ ਗੁਰੂ ਘਰ ਨੂੰ ਬਹੁਤ, ਇਹ ਆਉਣ ਵਾਲਾ ਸਮਾਂ ਜਿਹੜਾ ਭੂਤ ਭਵਿੱਖ ਤੇ ਵਰਤਮਾਨ ਇਹ ਮੈਨੂੰ ਪਤਾ ਹੈ,
ये समा इन्ना भयानक आउणा ही आउणा है। ये कारण तेरी लड़की बन जे, भावे दीवान जिहड़ा वो साडा भरा है बड़ा पिरथी चंद बन जावे, क्योंकि पिरथी चंद ने बड़ा कुछ कहा जाके जहांगीर कोले, सच्चे पातशाह मेरे पुत्र नूं गुरता गद्दी दा तिलक दवा दिओ। ते धन गुरु अर्जन देव महाराज जी कहन लगे मैनू नहीं परवान। फिर कुछ डराबा दिता, जे तुसी मेरी लड़की का रिश्ता प्रवान ना किया फिर तुहानू पता है मैं जहांगीर का जिहड़ा सलाहकारियाँ हाँ, मुख वजीर हाँ, फिर मेरी ताकत का तुहानू अंदाजा नहीं है भी मेरी कोल किन्नी क ताकत है। महाराज जी कहन लगे तेरे कोले भी ताकत है, मेरे कोले भी ताकत है। तेरे कोले दुनिया के बादशाह की ताकत हो सकती है, मेरे कोले उस परमात्मा की ताकत है। फिर चौथी बार फिर क्या, जे तुसी मेरी लड़की का रिश्ता नहीं प्रवान करते फिर मरण वास्ते तैयार हो जाओ। गुरु अर्जन देव महाराज जी कहन लगे इसे वास्ते तो आई हाँ। ये अज वाला दिन सी, जिहड़ा अज वाला दिन जा रहा है ना, 12 तरीक का पहला दिन सी अज। फिर धन श्री गुरु अर्जन देव महाराज जी नूं जिहड़ा है वो एक हवेली दे विच बंद किया हो गया, जिन्हों कई इतिहास अड्डो अड्डी लिखते ने भी वो हवेली इहो जी जिथे चिड़ी भी नहीं सी उड़ के जा सकती। नाल दे सिखां नूं अलग जिहड़ा बंद कर दिता, गुरु जी नूं अलग बंद कर दिता। फिर दीवान चंदू अपनी ताकत विखाउण लग पिया। जे हुण तुसी मेरी लड़की का रिश्ता प्रवान नहीं ना करते फिर तुहानू दुख चलने पैणगे। महाराज जी कहंदे दुख शरीर नूं हुंदा, मैं शरीर नहीं, मैं शरीर तो पासे हाँ। ते धन श्री गुरु अर्जन देव महाराज जी नूं अज फिर पहला दिन जान के जदों कहा ना मन्ने, फिर जेठ का महीना तपदा सी, कड़कदी धुप पैंदी सी, तत्ता तत्ता रेत करके धरती उत्ते विछाया गया। गुरु अर्जन देव महाराज जी नूं फिर हुक्म होया भी आ जिहड़ा ना तत्ता रेत है इहदे उत्ते तुहानूं पैना पऊगा। गुरु जी कहन लगे मैनूं मंजूर है। वस्त्र उतार दिते गुरु अर्जन देव महाराज जी दे। फिर उस तत्ते रेत उत्ते अज वाले दिन पाया गया। कोमल शरीर सी ते धन श्री गुरु अर्जन देव महाराज दे उस पावन पितर शरीर दे उत्ते छाले हो गए। तत्ता रेत जदों पिंडे नूं लगदा है ना, ते धन श्री गुरु अर्जन देव महाराज सच्चे पातशाह दे शरीर उत्ते जदों छाले पै गए ते फिर बड़े प्यार विच आके रब दे फकीर पढ़दे ने। वो की कहंदे ने, मुखों सीना उचारी जी। एक बारी मुख तो धन गुरु अर्जन देव महाराज जी ने ये नहीं किया मैनू रेता तत्ता लगता, क्यों तेरा किया मीठा लागे हरनाम पदार्थ नानक मंगे। श्री गुरु अर्जन देव महाराज जी कह रहे ने प्यार दे विच आके जी, मुखो सीना उचारी जी, पै गए रोम रोम बिच छले। मुखो सीना उचारी जी, पै गए रोम रोम बिच छले। मुखो सीना उचारी जी, पै गए रोम रोम बिच छले। मुखो सीना उचारी जी, पै गए रोम रोम बिच छले। मुखो सीना उचारी जी, पै गए रोम रोम बिच छले। मुखो सीना उचारी जी, पै गए रोम रोम बिच छले। मुखो सीना उचारी जी, मुखो सीना उचारी जी, पै गए रोम रोम बिच। मुखो सीना उचारी जी, पै गए रोम रोम बिच छाले। मुखो सीना उचारी जी, पै गए रोम रोम बिच छले। मुखो सीना उचारी जी, पै गए रोम रोम बिच छले। मुखो सीना उचारी जी, पै गए रोम रोम बिच छले। मुखो सीना उचारी जी, पै गए रोम रोम बिच छले। धन श्री गुरु अर्जन देव महाराज जी नूं अज वाला दिन फिर सारा दिन उस तपदे रेत उत्ते बिठाया गया, रेत उत्ते पाया गया। तत्ता रेत भी सी जिहड़ा श्री गुरु अर्जन देव महाराज जी दे पावन पवित्र शरीर उत्ते पाया गया।
पर मुख विचों की निकलदा सी, वाहिगुरू वाहिगुरू। एक पासे सिख बंद ने। अज लाहौर की धरती उत्ते एडा जुर्म हो रहा है। इसे गल नूं फिर दसवें पातशाह महाराज ने आख्या सी, जदों लाहौर तो भाई दया राम खत्तरी आया सी, हथ विच तलवार फड़ी है। दसवें पातशाह महाराज ने पूछा, ओ कित्थों आया? लाहौर चों आया। की नाम है? दया राम। महाराज जी ने बांह तो फड़ के आख्या, लाहौर चो दया? हाँ सच्चे पातशाह, मैं लाहौर की धरती चो आया, मेरा नाम है दया राम। तो धन गुरु गोबिंद सिंह महाराज जी ने फिर ये गुरु नानक की पावन पितर बाणी का शब्द उच्चारण किया, लाहौर शहर जहर कहर सबा पहर। महाराज जी कहन लगे, हो सबा पहर साडे बड़े बजुर्ग पुरखों के उत्ते लाहौर की धरती उत्ते जुर्म हुंदा रहा। तत्ती तवी उत्ते बिठाया गया, तत्ता रेत सीस विच पाया गया, दिग्गे विच बालिया गया। ते धन श्री गुरु अर्जन देव महाराज जी नूं लाहौर की धरती में शहीद किया गया। उत्थों जिहड़ी किवें आ गई ये दया। फिर अगला बचन उल्टा के फिर महाराज ने कहा, लाहौर शहर अमृतसर सिफती दा घर। महाराज जी कहते जे लाहौर दे विच दया आ गई तो इस सिफती का जिहड़ा असली घर बन गया है। करके फिर धन गुरु अर्जन देव महाराज जी परमात्मा की बंदगी करते रहे। छकण वास्ते कुछ नहीं दिता, ना भोजन ना पानी, ते अपनी हुकूमत का नशा विखाउंदा रहा सारा दिन। दीवान चंदू कहन लग्या, हजे भी समय मन जो तुहानू ठीक किया जाएगा। जिहड़े तुहाडे शरीर उत्ते छाले पै गए ना, इन्हों ठीक किया जाएगा। अजे भी समा है मन जो। गुरु अर्जन देव महाराज जी कहन लगे, दीवान चंदू ये तेरा भुलेखा है। इधर जिहड़ी गुरु नानक दी ओ रब्बी जोत है, जे तेरे मन में होवे ना भी शायद मैं मना लूँगा, मेरे किन्नी ओ गुरु की संगत है। ते धन गुरु अर्जन देव महाराज जी शरीर दे विच छाले पए पए ने, थां थां ते चौंकड़ा मारिया ते मुख विचों बाणी दा उच्चारण कर रहे ने। महाराज जी की कहंदे, तेरा किया मीठा लागे मीठा लागे लागे जी, 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 मीठा लागे लागे जी, तेरा किया मीठा लागे मीठा लागे लागे जी, मीठा लागे लागे जी, मीठा लागे लागे जी, लागे लागे जी, मीठा लागे लागे जी, लागे लागे जी, मीठा लागे लागे, तेरा लागे लागे जी, मीठा लागे लागे जी, लागे जी, मीठा लागे लागे जी, लागे लागे जी, मीठा लागे लागे जी, किया मीठा लागे मीठा लागे लागे जी, तेरा किया मीठा लागे मीठा लागे लागे जी, तेरा किया मीठा लागे मीठा लागे लागे जी, तेरा किया मीठा लागे मीठा लागे लागे जी, मीठा लागे
लागे मीठा लागे लागे जी। तेरा किया मीठा लागे लागे जी। तेरा किया मीठा लागे हर नाम पदार्थ नानक मांगे। इस करके फिर अज सारा दिन देखो वो पावन पितर महीना जेड़ा ना ये जेठ का चल रहा है, 31-32 का भी हो जाता है महीना, तकरीबन बड़ा हुंदा, भाव दिन भी सारिਆਂ ਨੂੰ ਵੱਡੇ ਹੁੰਦੇ ने, जेठ के महीने के दिन ਵੱਡੇ ਹੁੰਦੇ ਨੇ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਪਿੱਤਰ ਸੀਸ ਉੱਤੇ ਜਿਹੜਾ ਉਹ ਸਾਰਾ ਦਿਨ ਸਰੀਰ ਉੱਤੇ ਤੱਤਾ ਰੇਤ ਪਾਇਆ ਗਿਆ। ਤੇ ਗੁਰੂ ਸਾਹਿਬ ਜੀ ਫਿਰ ਵੀ ਬਸ ਇੱਕੋ ਹੀ ਗੱਲ ਤੇ ਮੇਰੀ ਸੰਗਤ ਨੇ ਜੋ ਕਹਿ ਦਿੱਤਾ, ਵਿੱਚ ਸੰਗਤ ਹਰ ਪ੍ਰਭ ਬਸੈ ਜੀਓ। ਜਿਹੜਾ ਕੁਝ ਮੇਰੀ ਸੰਗਤ ਨੇ ਕਹਿ ਦਿੱਤਾ ਮੈਨੂੰ ਤਾਂ ਕੇਵਲ ਉਹੀ ਮਨਜ਼ੂਰ ਹੈ। ਜੇ ਮੇਰੀ ਸੰਗਤ ਨੇ ਹਾਂ ਕਹਿ ਦਿੱਤੀ ਤਾਂ ਹਾਂ, जे मेरी संगत ने ताही 21 विसवे आख्या है भी संगत 21 विसवे है। इस करके गुरु ने अपनी संगत नूं मान दिता, मान दिंदा है मेरा सतगुरु। धन गुरु अर्जन देव महाराज जी मान दिंदे हन संगत नूं। इस करके आओ महाराज जी किरपा कर देन, बख्शिश कर देन। बड़े भाग हन जो संगतां गुरु जी के पावन पवित्र चरणों के विच हाजरियां भर के अपना जीवन सफल बनाते हो। पाठ चलते हैं सुखमनी साहब के, शाम को 4 बजे तो लैके 6 बजे तक 6 बज जाते हैं तकरीबन। संगतां वध चढ़ के हाजरियां भर के अपना जीवन सफल बनाना है। महाराज के चरणों दीयां हाजरियां भरनियां ने। धन गुरु अर्जन देव महाराज जी बख्शिश करते हैं, किरपा करते हैं। सब दीयां हाजरियां अपने दर ते अज पहला दिन है महाराज जी का, श्री गुरु अर्जन देव महाराज जी का अज वो चंदू का कहर ते धन गुरु अर्जन देव महाराज की निमरता का। देखो एक पासे अग मच रही है, एक पासे बर्फ वांगू शीतल ते ठंडे लाहौर की पवित्र धरती उत्ते गुरु अर्जन देव महाराज सच्चे पातशाह इन्नी शीतलता, इन्नी शीतलता दे विचों फिर 2 तलवारां बधियां, एक मीर दी एक पीर दी, एक अजमत दी एक पीर दी, एक राखी करे वजीर दी, हिम्मत गाह बाहा कोट गढ़ दरवाजा बलख बकीर दी, पग तेरी की जहांगीर दी। इस करके वो शांति दे विचों जिन्नी शांति गुरु अर्जन देव महाराज ने रखी उहदे विचों फिर 2 तलवारां पैदा होईयां, एक सज्जे एक खब्बे। गुरु हरगोबिंद महाराज जी ने फिर अगे जो जो कुछ होया चंदू दीवान दे नालों तुहाडे नाल साझा कीता जावेगा। राम कली महला तीजा। आनंद को अंकार सतगुरु प्रसाद जी आनंद पया मेरी माए। सतगुरु मैं पाया दुबरता पाया, मन वधिया वधाइया। राग रतन परिवार परियां शब्द गावने आईया। सब दोता गावो हरि केरा मन जीवताया। नानक नंद सतगुरु मैं पाया। हे मन मेरे तुम सदा रहो हर नाले। हर नाल रहो तुम मन मेरे दुख सब विसारना। अंगीकारो करे तेरा कार्य सब सुवारना। सब नांगला समरथ स्वामी सो क्यों मनो विसारे। वह नानक मन मेरे सदा रहो हर नाले। साचे साहिबा क्या नहीं करते सब कुछ है जिसके सो पावे। सदा सुरत सलाह तेरी नाम मन बसावे। नाम जिनके मन वसिया वाजे शब्द कनेरे। कह नानक सच्चे साहिब क्या नहीं करते नाम मेरा आधारो सात नाम आधार। मेरा जन पुकार सब गवाइया।
ਕਰ ਸਾਧ ਸੁਖ ਮਨ ਆਇ ਵਸਿਆ ਜਿਨੀ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਏ ਵਡਿਆਈਆਂ ਕੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਡਾ ਨਾਮ ਮਿਲਾਇਆ ਨਾਰੂ ਵਾਜੀ ਪੰਜ ਸ਼ਬਦ ਤਿਸ ਕਾਰ ਸੁਭਾਗੈ ਕਾਸ਼ ਭਗ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਅੰਧ ਗੁਰੂ ਦੁਧ ਵਸ ਕੀਤੇ ਕਾਰ ਕੰਟ ਕਮਾਰਿਆ ਤੁਧ ਕਰਮ ਪਾਇਆ ਦੁਜਨ ਕੋ ਸੇ ਨਾਮ ਹਰ ਕਹਿਲਾਗੇ ਨਾਨਕ ਦਸ ਹੋਵਾ ਤਿਸ ਕਾਰ ਨਾਦ ਵਾਜੇ ਆਨੰਦ ਸੁਨੋ ਗੁੜ ਭਾਗੀਓ ਸਗਲ ਮਨੋਰਥ ਪੂਰੇ ਆਰ ਪ੍ਰੇਮ ਪ੍ਰਭ ਪਾਇਆ ਉਤਰੇ ਜਗ ਦੂਰੇ ਦੁਖ ਰੋਗ ਸੰਤਾ ਬਿਤਰੇ ਸੁਣੀ ਸੱਚੀ ਕਹਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਤੇ ਪਨੀਤ ਕਹਤੇ ਬਦ ਰਤ ਗੁਰ ਆ ਭਰਪੂਰੇ ਬਿਨ ਬੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਦ ਪੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਦੇ ਆਖੇ ਅਰਦਾਸ